ओंकार सतनाम करता पुरख निर्भव निर्वैर अकाल मूरत अजूनी सैभं गुरु प्रसाद। मैं एक अछूते विषय ਨੂੰ ਅੱਜ ਵਿਚਾਰ ਦੇ ਰਾਹੀਂ ਛੂਣ ਲੱਗਾ। ਉਹ ਹੈ ਚਾਰ ਯੁੱਗ। ਵੈਸੇ ਤੇ ਭਾਰਤ ਦੀ ਮਨੀਸ਼ਾ ਕਰੀਬਨ ਮਨੁੱਖਤਾ ਨੂੰ ਹਰ ਸਮੇਂ ਚਾਰ ਹਿੱਸਿਆਂ ਵਿੱਚ ਵੰਡਦੀ ਰਹੀ ਹੈ। ਉਹਨੇ ਜੀਵਨ ਦੇ ਢੰਗ ਵੀ ਚਾਰ ਦੱਸੇ, जैसे खत्री, ब्राह्मण, शूद्र, वैश्य। ये चार वर्ण जीवन दे चार ढंग। फिर चार आश्रम, ब्रह्मचारी, गृहस्थी, वानप्रस्थी, सन्यासी। हैरानगी है, पुराना मत सनातन मत ਉਹਦੇ ਮੂਲ ਗ੍ਰੰਥ ਵੀ ਚਾਰ ਨੇ, ਜੋ ਚਾਰ ਵੇਦ ਕਹਿਲਾਂਦੇ ਨੇ। श्याम वेद युग रजर अथर्वण ब्रह्मे मुख माया है त्रैगुण। ऋग्वेद है, श्याम वेद है, यजुर्वेद है, अथर्वण वेद है। धन गुरु नानक देव जी महाराज ने भी इस विषय ਨੂੰ अपने विचारां विच परोया है और चार युगां दी बड़ी सोहनी व्याख्या जगत दे सामने रखी। चार युग इन्हां नूं कई दृष्टिकोण दे नाल नापना तोलना पेगा। प्रथम समय विच चार युग, दूसरा अस्थान विच चार युग, तीसरा मन विच मानसिक अवस्था दियां चार श्रेणियां जिन्हां नूं असीं चार युग कह सकते हैं। प्रथम समय विच ऐसा मनिया गया है कि 1.5 साल बाद युग बदल जाते हैं और पुराणिक ग्रंथां विच युगां दी बकायदा उम्र भी दसी गई है। इतने युगा बाद, इतने समय बाद युग बदल जाता है। युग दी तब्दीली समय ते खड़ी है और हर युग दा अवतार भी मनिया गया। दूसरा युग अस्थान, तीसरा युग मानसिक अवस्था और ये तीने पहलू मैं थोड़े सामने उजागर करने लगा। प्रथम समय विच चार युग। इतिहास नूं वाचीए अज तो 5000 साल पहले श्री राम है गए सन और अज तो कोई 3500 साल पहले श्री कृष्ण है गए सन। अंदाजन 550 साल पहले धन गुरु नानक देव जी महाराज है गए सन। पर ये तिन्ने अवतार ते 5000 साल की अवधि ही हो जाते हैं। एक
एक युग दी ਲੱਖਾਂ ਸਾਲ ਦੀ ਉਮਰ ਕਪੋਲ ਕਲਪਨਾ ਤੋਂ ਬਿਨਾ ਹੋਰ ਕੁਝ ਨਹੀਂ। ਕਿਉਂ? ਸ਼੍ਰੀ ਰਾਮ ਨੂੰ ਤ੍ਰੇਤੇ ਯੁੱਗ ਦਾ ਅਵਤਾਰ ਮੰਨਦੇ ਨੇ ਤੇ 1500 ਸਾਲ ਬਾਅਦ ਕ੍ਰਿਸ਼ਨ ਮੌਜੂਦ ਸਨ। ਸ੍ਰੀ ਕ੍ਰਿਸ਼ਨ ਨੂੰ ਦੁਆਪਰ ਯੁੱਗ ਦਾ ਅਵਤਾਰ ਮੰਨਦੇ ਨੇ ਔਰ 3000 ਸਾਲ ਬਾਅਦ ਗੁਰੂ ਨਾਨਕ ਪ੍ਰਗਟ ਹੋ ਗਏ ਔਰ ਧੰਨ ਗੁਰੂ ਨਾਨਕ ਦੇਵ ਜੀ ਕਲ ਯੁੱਗ ਦਾ ਅਵਤਾਰ ਮੰਨੇ ਜਾਂਦੇ ਨੇ। ਇਹ ਤੇ ਸਾਰੇ ਦੇ ਸਾਰੇ 5000 ਸਾਲ ਦੇ ਹੋ ਗਏ। ਐਸਾ ਅੰਦਾਜ਼ਾ ਹੈ ਇੱਕ ਯੁੱਗ ਦੀ ਉਮਰ ਸਮੇਂ ਵਿੱਚ ਨਾਪੀਏ तो 2500 साल तो बाद हो नहीं सकती। कुल अवधि 2500 साल। युग की तब्दीली किस तरह होती है, किवें मन लिया जाए? युग बदल गया। हजारां लखां साल पहले जो सूरज सी अज भी हुई है। ਲੱਖਾਂ ਸਾਲ ਪਹਿਲੇ ਜੋ ਚੰਦਰਮਾ ਸੀ ਅੱਜ ਵੀ ਹੋਈ ਹੈ ਔਰ ਇਸੇ ਤਰੀਕੇ ਨਾਲ ਧਰਤੀ ਵੀ ਹੋਈ ਹੈ, ਤਾਰੇ ਵੀ ਹੋਈ ਨੇ, ਸਿਆਰੇ ਵੀ ਹੋਈ ਨੇ, ਸਾਗਰ ਵੀ ਹੋਈ ਹੈ ਔਰ ਕਿਸੇ ਹੱਦ ਤੱਕ ਕੁਝ ਥੋੜੀ ਨਦੀਆਂ ਦੇ ਰਦਲ ਬਦਲ ਤੋਂ ਬਾਅਦ ਸਾਰੀਆਂ ਨਦੀਆਂ ਵੀ ਹੋਈ ਨੇ। ਪੁਰਾਣੇ ਤੋਂ ਪੁਰਾਣੇ ਇਤਿਹਾਸ ਵਿੱਚ ਗੰਗਾ ਦਾ ਜ਼ਿਕਰ ਹੈ, ਵਗ ਰਹੀ ਹੈ ਅੱਜ ਵੀ। ਪੁਰਾਣੇ ਇਤਿਹਾਸ ਵਿੱਚ ਜਮਨਾ ਦਾ ਜ਼ਿਕਰ ਹੈ, ਨਰਮਦਾ ਦਾ ਜ਼ਿਕਰ ਹੈ, ਵਗ ਰਹੀਆਂ ਨੇ ਅੱਜ ਵੀ। तो ਜ਼ਮੀਨ ਉਹੀ ਹੈ, ਦਰਿਆ ਉਹੀ ਨੇ, ਸਾਗਰ ਉਹੀ ਹੈ, ਸੂਰਜ ਚੰਦ ਤਾਰੇ ਉਹੀ ਨੇ। तो ਇੱਥੋਂ ਗੱਲ ਸਪਸ਼ਟ ਹੋ ਗਈ, ਯੁਗਾਂ ਦੀ ਤਬਦੀਲੀ ਮਨੁੱਖ ਦੀ ਤਬਦੀਲੀ ਤੇ ਖੜੀ ਹੈ, ਨਾ ਕਿ ਸੂਰਜ ਦੇ ਬਦਲਣ ਤੇ, ਕਿਉਂਕਿ ਸੂਰਜ ਤੇ ਉਹੀ ਹੈ, ਚੰਦਰਮਾ ਤੇ ਉਹੀ ਹੈ, ਸਭ ਕੁਝ ਉਹੀ ਹੈ। ਤੇ ਜਦ ਸਭ ਕੁਝ ਉਹੀ ਹੈ ਤਾਂ ਫਿਰ ਤੇ ਕੋਈ ਇੱਕੋ ਹੀ ਯੁੱਗ ਹੋਣਾ ਚਾਹੀਦਾ ਹੈ? ਨਹੀਂ, ਯੁਗਾਂ ਦੀ ਤਬਦੀਲੀ ਮਨੁੱਖ ਤੇ ਖੜੀ ਹੈ ਔਰ ਯੁਗਾਂ ਦੀ ਤਬਦੀਲੀ ਮਨੁੱਖੀ ਸੋਚ ਤੇ ਖੜੀ ਹੈ, ਵਿਚਾਰਧਾਰਾ ਤੇ ਖੜੀ ਹੈ। ਜਾਂ ਇੰਜ ਕਹਿ ਲਓ, ਯੁੱਗ ਇੱਕ ਵਿਚਾਰ ਦਾ ਨਾਂ ਹੈ, ਇੱਕ ਮਾਨਸਿਕ ਅਵਸਥਾ ਦਾ ਨਾਂ ਹੈ। ਮਨੁੱਖ ਦੇ ਵਿਚਾਰ ਦੇ ਬਦਲਦਿਆਂ ਸੰਸਾਰ ਬਦਲ ਜਾਂਦਾ ਹੈ, ਯੁੱਗ ਬਦਲ ਜਾਂਦਾ ਹੈ। ਅੰਦਾਜ਼ਨ 2500 ਸਾਲ ਤੋਂ ਬਾਅਦ ਜੀਵਨ ਸ਼ੈਲੀ ਬਦਲ ਜਾਂਦੀ ਹੈ, ਕਿਉਂਕਿ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ। ਮਨੁੱਖ ਇੱਕ ਐਸਾ ਪ੍ਰਾਣੀ ਹੈ, ਸਭ ਕੁਝ ਦੇ ਤਬਦੀਲੀ ਚਾਹੁੰਦਾ ਹੈ। ਪਰਿਵਾਰਕ ਢਾਂਚੇ ਬਦਲਦੇ ਰਹੇ ਨੇ, ਰਾਜਨੀਤੀ ਬਦਲਦੀ ਰਹੀ ਹੈ, ਧਰਮ ਦੇ ਸਾਧਨ ਬਦਲਦੇ ਰਹੇ ਨੇ, ਕਰਮਕਾਂਡ ਬਦਲਦਾ ਰਿਹਾ ਹੈ ਔਰ ਇਸ ਸਭ ਕੁਝ ਦੀ ਤਬਦੀਲੀ ਵਿਚਾਰ ਦੀ ਤਬਦੀਲੀ ਤੇ ਖੜੀ ਹੈ ਔਰ ਵਿਚਾਰ ਦੀ ਤਬਦੀਲੀ ਨੂੰ ਹੀ ਯੁੱਗ ਦੀ ਤਬਦੀਲੀ ਮੰਨਦੇ ਨੇ। ਬਹੁ ਗਿਣਤੀ ਦੇ ਵਿੱਚ ਜਦ ਮਨੁੱਖ ਦੇ ਵਿਚਾਰ ਬਦਲ ਜਾਣ, ਰਹਿਣ ਸਹਿਣ ਬਦਲ ਜਾਏ, ਖਾਣ ਪਾਨ ਬਦਲ ਜਾਏ, ਤਾਂ ਫਿਰ ਯੁੱਗ ਬਦਲ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਯੁਗਾਂ ਨੂੰ ਆਪਣੀ ਬਾਣੀ ਵਿੱਚ ਜਿਸ ਢੰਗ ਨਾਲ ਦ੍ਰਿਸ਼ਮਾਨ ਕਰਦੇ ਨੇ ਉਹ ਇਸ ਤਰ੍ਹਾਂ ਹੈ। ਆਸਾ ਮਹੱਲਾ ਚੌਥਾ। ਸਤਿਜੁਗ ਸਭ ਸੰਤੋਖ ਸਰੀਰਾ, ਸਤਿਜੁਗੇ ਸਤ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜਿਉ, ਮਨ ਤਨ ਹਰ ਗਾਵੇ ਪਰਮ ਸੁਖ ਪਾਵੇ, ਹਰ ਹਿਰਦੇ ਹਰ ਗੁਣ ਗਿਆਨ ਜਿਉ, ਗੁਣ ਗਿਆਨ ਪਦਾਰਥ
हर हर किरतार्थ शोभा गुरुमुख होई। अंतर बाहर हर प्रभ एको दूजा अवर न कोई। हर हर लिव हर नाम सखाई। हर दरगे पवे मान जियो। सतयुग सत संतोख शरीरा पग चारे धर्म ध्यान जियो। धर्म तख्त ते बैठा सी, तख्त ते चार पैर होंदे ने। धर्म चल रहा सी चार पैरां दे आसरे थे। धन गुरु रामदास जी महाराज फरमांदे ने सतयुग दे धर्म दे चारें पैर मौजूद सन। सतयुग सत संतोख शरीरा। मनुख के शरीर दे अंदर संतोख सी, सत सी, उच्चा आचरण सी, परोपकारी बिरतियां सन और संतोख सी। मन विच तन विच प्रभु दे गीत सन। संतोखी जिंदगी कल कलेश तो बची हुई सी। लिव प्रभु नाल जुड़ी हुई सी। इस तरह गुरु रामदास जी महाराज सतयुग की व्याख्या करते ने। भौतिक उन्नति भी इतनी नहीं हुई सी, लिहाजा भौतिक रुचियां भी इतनियां उजागर नहीं हुई सन। मनुख अंतर्मुखी सन। शरीर दियां लोड़ां दी पूर्ति हो गई, उस विच संतुष्ट आनंदित सन। एक समय विच जी रहे मनुख सन और तर्ज जिंदगी सी प्राकृतिक जीवन सी। प्रकृति के मुताबिक जी रहे सन। सहजे सहजे बदल गई जीवन शैली। जीवन शैली बदल दी है विचारां दी तब्दीली नाल। धन गुरु रामदास जी महाराज इस तब्दीली नूं इंज बयान करते हैं। योगां दी तब्दीली का जिक्र गुरु अर्जन देव जी महाराज ने भी किया है। युगां दी तब्दीली नूं भाई गुरदास भी बड़े आलमाना ढंग नाल बयान करते हैं। और युगां दी तब्दीली नूं जिस ढंग नाल धन गुरु नानक देव जी महाराज ने दर्शाया है, पहले पातशाह की वो विचारधारा भी आप जी दे समक्ष भेंट कर रहे हैं। धन गुरु रामदास जी महाराज आसा राग विच त्रेते युग का नक्शा इस तरह खिंचते हैं। त्रेता युग आया अंतर जोर वधाया। जत संयम करम कमाए जियो। त्रेते विच अहंकार उत्पन्न होया और अहंकार की पूर्ति लई हर मनुख जोरावर होण ते जोर लाण लग पिया। मैं जोरावर हो जावां, शक्तिशाली हो जावां, ताकतवर हो जावां। धार्मिक दुनिया जत सत ते संयम ते व्यर्थ दे कर्म कांड ते खड़ी हो गई। पग चौथा खिसकया त्रै पग टिकया। मन हृदय क्रोध जलाए जियो। प्रभुता चाहिए, शक्ति चाहिए तो विघन तो है गए ने। क्योंकि बहुगिणती दे जद मनुख नूं शक्ति चाहिए, जोरावर होना चाहता है, तो अगे वधण लई कईयां नूं पछाड़ना पेगा। ते कईयां नूं पछाड़ना पेगा तो कईयां नाल हिंसात्मक घटनावां भी घटणगियां। तो फिर
क्रोधित होना भी उन्हां दा लाजमी है जिन्हां नूं धक्के मार के पिछे सुटिया गया होवेगा। तो त्रेते विच क्रोध दी अगन प्रज्वलित होई। मन हिरदे क्रोध महाबिसलोद, निरपधावे लड़ दुख पाया। अंतर ममता रोग लगाना, हौं में अहंकार वधाया। राजे छोटे छोटे रजवाड़े जागीरदार आपस विच लड़न मरण लग पे। मोह ममता भी वध गई, अहंकार भी वध गया, क्रोध भी वध गया। सतगुरुदेव जी महाराज अगां फरमान करते ने, हर हर कृपा धारी मेरे ठाकुर, बिख गुरमुख हर नाम ले जाए जियो। तेता जुग आया अंतर जोर पाया, जत संयम कर्म कमाए जियो। त्रेते युग विच हर मनुख शक्तिशाली होना चाहता है। अहंकार दी जहर वध गई, जिसनों दूर करने वास्ते, इस जहर नूं दूर करने वास्ते सिर्फ प्रभु दा नाम सी। पर इस तो ओले होके लोकी संयम ते जत रख के अपनी शक्ति वधा के दूजियां नूं पछाड़ना चाहते ने और स्वयं शक्तिशाली होना चाहते ने। इस तरह दियां मनोबिरतियां विच त्रेते युग दे जी रहे हैं। दुआपुर अगर हुण जिस युग विच असी जी रहे हैं, जिसनों कलयुग कहते हैं, इत्थों गिणती करिए तो दुआपुर दूजापुर, त्रेता तीजापुर और सतयुग चौथा बन जाता है। और ये गिणती ठीक है, त्रेते तो मुराद तीजा, द्वापुर तो मुराद दूजा युग। कलयुग प्रथम मनीए तो सतयुग चौथा बन जाता है। सतयुग नो प्रथम मनीए तो कलयुग चौथा बन जाता है। पर जो प्रचलित गाथा है वो सतयुग, त्रेता, द्वापर ते कलयुग, इस तरह गिणती चल रही है। पर अखरी अर्थ करांगे त्रेते दे तो तीसरा युग, द्वापर दूजा युग, कलयुग ये पहला युग जिस विच असी जी रहे हैं। ये पहला जो लंघ गया, दूजा जो उस तो भी पहले लंघ गया, तीजा और जो उस तो भी पहले सी चौथा। द्वापर, द्वापर दी रूप रेखा धन गुरु रामदास जी महाराज इस तरह पेश करते हैं। जुग द्वापर आया भरम भरमाया, हर गोपी कान उपाय जियो। तप तापन तापे जग पुण्य आरंभे, अत क्रिया कर्म कमाए जियो। क्रिया कर्म कमाया पग दोए खिसकाया, दोए पग टिके टिकाए जियो। महाजग जोध बो कीने, महाजग जुद्ध बो कीने, विचों में पचे पचाए जियो। दीन दयाल गुर साध मिलाया, मिल सतगुर मल ले जाए जियो। जुग द्वापुर आया भरम भरम आया, हर गोपी कान उपाय जियो। द्वापर युग दी रूप रेखा धन गुरु रामदास जी महाराज
ਬਿਆਨ ਕਰਦੇ ਹੋਇਆ ਕਹਿੰਦੇ ਨੇ, ਜਗਤ ਭਰਮ ਦੇ 'ਚ ਪੈ ਗਿਆ, ਬੁਲੇਖਿਆਂ ਦੇ 'ਚ ਪੈ ਗਿਆ, ਗੋਪੀਆਂ, ਕਾਨ, ਤਰ੍ਹਾਂ ਤਰ੍ਹਾਂ ਦੀਆਂ ਰਾਸ ਲੀਲਾ ਦੇ ਪਸਾਰਿਆਂ ਦੇ 'ਚ ਪੈ ਗਿਆ। ਤਪ ਤਾਪਨਾ ਆਰੰਭ ਹੋਈ, ਕਰਮ ਕਾਂਡ ਆਰੰਭ ਹੋਏ, ਔਰ ਹੰਕਾਰ ਮਨੁੱਖ ਦਾ ਵੱਧਦਾ ਗਿਆ। ਸਮੇਂ ਦੇ ਗੇੜ ਦੇ ਨਾਲ ਨਾਲ ਅਹੰਕਾਰ ਇਤਨਾ ਚਰਮ ਸੀਮਾ ਤੇ ਪਹੁੰਚਿਆ, ਮਹਾਜਗ ਯੁੱਧ ਬਹੁ ਨੇ, ਬੜੇ ਯੁੱਧ ਹੋਏ। ਵਾਕਈ ਦੁਆਪੁਰ ਦੇਸ਼ ਤੇ ਮਹਾਭਾਰਤ ਦੇ ਯੁੱਧ ਨਾਲ ਸਾਰਾ ਭਾਰਤ ਹੀ ਤਬਾਹ ਹੋ ਗਿਆ। ਚੋਟੀ ਦੇ ਸਿਆਣੇ ਮਨੁੱਖ, ਚੋਟੀ ਦੇ ਦਾਰਸ਼ਨਿਕ, ਚੋਟੀ ਦੇ ਵਿਗਿਆਨਕ, ਚੋਟੀ ਦੇ ਧਾਰਮਿਕ ਪੁਰਸ਼ ਸਭ ਨਸ਼ਟ ਹੋ ਗਏ। ਮਹਾਭਾਰਤ ਦੇ ਯੁੱਧ ਨਾਲ ਭਾਰਤ ਦੀ ਤੇ ਰੀੜ ਹੀ ਟੁੱਟ ਗਈ, ਔਰ ਐਸੀ ਰੀੜ ਟੁੱਟੀ ਕਾਫੀ ਲੰਬੇ ਸਮੇਂ ਤੱਕ ਵਾਕਈ ਇਹ ਗਤੀਮਾਨ ਨਹੀਂ ਹੋ ਸਕੇ। ਦੁਆਪਰ ਯੁੱਗ ਦੀ ਵਿਆਖਿਆ ਧਰਮ ਗੁਰੂ ਰਾਮਦਾਸ ਜੀ ਮਹਾਰਾਜ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ, ਬਸ ਯੁੱਧ ਹੀ ਯੁੱਧ ਸਨ, ਹਰ ਪਾਸੇ ਲੜਾਈ ਝਗੜੇ ਹੀ ਸਨ, ਔਰ ਜੇ ਕਿਧਰੇ ਲੜਾਈ ਝਗੜੇ ਨਹੀਂ ਸਨ ਤੇ ਧਰਮ ਦੇ ਫੋਕੇ ਕਰਮ ਕਾਂਡ ਸਨ ਜਾਂ ਯੱਗ ਤੇ ਹਵਨ ਸਨ। ਇਸ ਤਰ੍ਹਾਂ ਦੁਆਪਰ ਯੁੱਗ ਦੇ ਧਰਮ ਦੇ ਸਿਰਫ ਦੋ ਪੈਰ ਹੀ ਰਹਿ ਗਏ, ਦਾਨ ਰਹਿ ਗਿਆ ਔਰ ਵਿਅਰਥ ਦਾ ਕਰਮ ਕਾਂਡ ਰਹਿ ਗਿਆ, ਜਗ ਰਹਿ ਗਿਆ। ਜਗ ਤੇ ਦਾਨ, ਇਹਨਾਂ ਦੋ ਪੈਰਾਂ ਦੇ ਉੱਤੇ ਧਰਮ ਟਿਕ ਗਿਆ। ਸੰਤੋਖ ਤੇ ਸਤ, ਇਹ ਦੋ ਪੈਰ ਉੱਡ ਗਏ। ਇਸ ਤਰ੍ਹਾਂ ਧਰਮ ਦੋ ਪੈਰਾਂ ਤੇ ਟਿਕਿਆ। ਸਮੇਂ ਦੇ ਗੇੜ ਨਾਲ ਕਲਯੁਗ ਆਇਆ, ਔਰ ਇਹ ਯੁਗਾਂ ਦੀ ਵਿਆਖਿਆ ਸਮੇਂ ਦੇ ਮੁਤਾਬਕ ਇਸ ਵਕਤ ਕੀਤੀ ਜਾ ਰਹੀ ਹੈ। ਫਿਰ ਅਸਥਾਨ ਦੇ, ਫਿਰ ਮਾਨਸਿਕ ਅਵਸਥਾ ਦੇ, ਜਿਵੇਂ ਜਿਵੇਂ ਗੁਰਬਾਣੀ ਨੇ ਖੋਲਿਆ, ਮੈਂ ਸੰਗਤ ਤੇ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ। ਕਲਯੁਗ ਹਰ ਕੀਆ, ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜਿਉ। ਗੁਰ ਸ਼ਬਦ ਕਮਾਇਆ, ਔਖਦ ਹਰ ਪਾਇਆ, ਹਰ ਕੀਰਤ ਹਰ ਸਾਂਤ ਪਾਏ ਜਿਉ। ਹਰ ਕੀਰਤ ਰੁਤ ਆਈ, ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੇ ਨਾਮ ਲਖਾਏ ਜਿਉ। ਕਲਯੁਗ ਹਰ ਕੀਆ, ਪਗ ਤ੍ਰੈ ਖਿਸਕੀਆ, ਪਗ ਚੌਥਾ ਟਿਕੇ ਟਿਕਾਏ ਜਿਉ। ਇੱਕ ਪੈਰ ਰਹਿ ਗਿਆ, ਪ੍ਰਭੂ ਦੀ ਕੀਰਤੀ, ਹਰੀ ਦਾ ਜਸ ਗਾਇਨ ਕਰਨਾ। ਇਸ ਤੇ ਹੀ ਕਲਯੁਗ ਵਿੱਚ ਧਰਮ ਇੱਕ ਪੈਰ ਦੇ ਟਿਕ ਗਿਆ, ਬਾਕੀ ਤੇ ਸਭ ਕੁਝ ਉੱਡ ਪੁੱਡ ਗਿਆ। ਕਲਯੁਗ ਦੀ ਵਿਆਖਿਆ, ਦੁਆਪੁਰ ਤ੍ਰੇਤੇ ਤੇ ਸਤਯੁਗ ਦੀ ਵਿਆਖਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਮੇਂ ਦੇ ਰੂਪ ਰੇਖਾ ਦੇ ਨਾਪ ਤੋਲ ਕੇ ਇਸ ਤਰ੍ਹਾਂ ਜੋ ਹੈ ਬਿਆਨ ਕਰਦੇ ਨੇ, ਔਰ ਆਪਣਾ ਫੈਸਲਾ ਇੰਜ ਦਿੰਦੇ ਨੇ, ਕਲਯੁਗ ਬੀਜ ਬੀਜੇ ਬਿਨ ਨਾਵੇਂ, ਸਭ ਲਾਹਾ ਮੂਲ ਗਵਾਇਆ। ਕਲਯੁਗ ਦੇ ਵਿੱਚ ਕੋਈ ਵੀ ਬੀਜ ਮਨੁੱਖ ਬੀਜੇ, ਜਤ ਦਾ, ਸਤ ਦਾ, ਕਰਮ ਦਾ,
और तरह तरह दे साधनावां दा, लेकिन नाम ना जपे। कल जुग बीजे बिन नावे, सब लाहा मूल गवाया। ऐसा मनुख ते सारा ही नफा ते मूल गवा बैठेगा, क्योंकि मूल ते गल सी प्रभु दा नाम ਉਹ ਤੇ ਜਪਣਾ ਹੀ ਨਹੀਂ। ਔਰ ਇਸ ਤਰੀਕੇ ਦੇ ਨਾਲ ਵਿਅਰਥ ਦੇ ਕਰਮਾਂ ਵਿੱਚ ਫਸ ਕੇ ਰਹਿ ਗਿਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੇਂ ਦੀ ਰੂਪ ਰੇਖਾ ਵਿੱਚ ਜੋ ਯੁਗਾਂ ਦਾ ਚਿਤਰਨ ਕੀਤਾ ਉਹ ਇਸ ਤਰ੍ਹਾਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਆਪਣੇ ਢੰਗ ਨਾਲ ਬਿਆਨ ਕਰਦੇ ਨੇ। ਔਰ ਭਗਤ ਰਵਿਦਾਸ ਜੀ ਮਹਾਰਾਜ ਤੇ ਇੱਥੇ ਤੱਕ ਕਹਿੰਦੇ ਨੇ, ਸਤਜੁਗ ਸਤ ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दृढ़े, कल केवल नाम आधार। ठीक तिन्ने युग अपनी थां ते महान होवणगे, पर मौजूदा ये कल युग इस दे ते उधार केवल प्रभु दे नाम ते जप ते खड़ा है। कल केवल नाम आधार। धन गुरु नानक देव जी महाराज इस तरह फरमान करते हैं, सतयुग त्रेता द्वापर भणिए, कल युग उत्तम जुगा माही। ये सब तो श्रेष्ठ युग है, उत्तम युग है, महान युग है। किस पक्ष तो महान युग है? क्योंकि जगत देश ते प्रचलित यही कुछ है कि ये युग निखिद्ध है, ये युग माड़ा युग है, ये युग सब तो निचले दर्जे का युग है। जबकि धन गुरु नानक देव जी महाराज कहते ने, सतयुग त्रेता द्वापर भणिए, कल युग उत्तम युगा माही। ये ते उत्तम युग है, ये ते श्रेष्ठ युग है, ये ते महान युग है। आखिर किस पक्षों? ये लंबी चौड़ी विचारधारा धन गुरु नानक देव जी महाराज इस ढंग नाल बयान करते हैं। समय, अस्थान ते मानसिक अवस्था विच चार युगां दी जो व्याख्या है, धन गुरु नानक देव जी महाराज अपने ढंग नाल फरमान करते ने। प्रथम समय दे जो रूप रेखा है, लंबे चौड़े शब्द विचों कुछ पंक्तियां मैं आप जी दे सामने रखा, जो धन गुरु नानक देव जी महाराज ने मारू राग विच उच्चारण कीतियां ने। सतयुग सत संतोख शरीरा, सत सत वर्ते गहर गंभीरा, सतयुग साच कहे सब कोई, सच वर्ते साचा सोई। झूठ बोलना सतयुग दे मनुख ਨੂੰ ਆਉਂਦਾ ਹੀ ਨਹੀਂ ਸੀ। ਉਸ ਦਾ ਇੱਕ ਮੂਲ ਕਾਰਨ ਮਨੁੱਖ ਸੰਤੁਸ਼ਟ ਸੀ, ਲੋੜਾਂ ਸੀਮਤ ਸਨ ਔਰ ਲੋੜਾਂ ਦੀ ਪੂਰਤੀ ਪ੍ਰਾਕਿਰਤਿਕ ਰੂਪ ਵਿੱਚ ਹੋ ਜਾਂਦੀ ਸੀ। ਪ੍ਰਕਿਰਤੀ ਸਭ ਦੀ ਝੋਲੀ ਵਿੱਚ ਲੋੜਾਂ ਦੀ ਪੂਰਤੀ ਪਾ ਦਿੰਦੀ ਸੀ, ਕਰ ਦਿੰਦੀ ਸੀ। ਜੰਗਲ ਦੇ ਫਲ ਫੁੱਲ, ਸ਼ਿਕਾਰ ਇਤਿਆਦਿ ਖੁੱਲੇ ਰੂਪ ਵਿੱਚ ਉਪਲਬਧ ਸੀ। ਆਬਾਦੀ ਥੋੜੀ ਸੀ, ਸੈਂਕੜੇ ਮੀਲ ਤੱਕ ਵਸੋਂ ਨਹੀਂ ਸੀ। ਝੂਠ ਬੋਲਣ ਲਈ ਗੁੰਜਾਇਸ਼ ਹੀ ਨਹੀਂ ਸੀ। त्रेते धर्म कला एक चूकी, तीन चरण एक दुविधा सूकी। त्रेते विच विश्वास दी थां ते दुविधा आ गई, लिहाजा धर्म दी एक कला नाश हो गई। विश्वास, भरोसा, सिदक ये नहीं रहा। मन विच दुविधा पैदा हो गई, है कि नहीं।